ਹੈਲੋ ਦੋਸਤੋ, ਸਤਿ ਸ੍ਰੀ ਅਕਾਲ। ਵੈਲਕਮ ਟੂ ਮਾਈ ਚੈਨਲ ਲਰਨ ਟੂ ਅਰਨ। ਅੱਜ ਆਪਣੀ ਪੰਜਾਬ ਦੀ ਜੀਕੇ ਸੀਰੀਜ਼ ਦੀ 7ਵੀਂ ਕਲਾਸ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੌਰੀਆ ਸਾਮਰਾਜ ਅਧੀਨ ਪੰਜਾਬ, ਸ਼ੁੰਗ, ਯੂਨਾਨੀ, ਸ਼ਕ, ਪਾਰਥਨਾ ਅਤੇ ਕੁਸ਼ਾਣ ਵੰਸ਼ ਦੇ ਅਧੀਨ ਪੰਜਾਬ, ਗੁਪਤ ਕਾਲ ਅਧੀਨ ਪੰਜਾਬ, ਵਰਧਾਨ ਕਾਲ ਅਧੀਨ ਪੰਜਾਬ ਅਤੇ ਪੰਜਾਬ ਵਿੱਚ ਮੁਸਲਮਾਨਾਂ ਦਾ ਆਗਮਨ, ਇਹਨਾਂ ਸਾਰੇ ਟੌਪਿਕਸ ਦੇ ਰਿਲੇਟਿਡ ਇੰਪੋਰਟੈਂਟ ਕੁਐਸਚਨਸ ਕਰਾਵਾਂਗੇ। ਇਸ ਤੋਂ ਪਹਿਲਾਂ 6 ਕਲਾਸਿਸ ਹੋ ਚੁੱਕੀਆਂ ਨੇ। ਜੇਕਰ ਤੁਸੀਂ ਨਹੀਂ ਦੇਖੀਆਂ ਤਾਂ ਜ਼ਰੂਰ ਦੇਖਿਓ। ਇਸ ਦੀ ਇੱਕ ਆਪਾਂ ਵੱਖਰੀ ਪਲੇਲਿਸਟ ਬਣਾਈ ਹੋਈ ਹੈ, ਜਿਸ ਦਾ ਲਿੰਕ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇਖ ਸਕਦੇ ਹੋ ਅਤੇ ਉੱਪਰ ਆਈ ਬਟਨ ਆਵੇਗਾ, ਉੱਥੇ ਵੀ ਦੇਖ ਸਕਦੇ ਹੋ। ਤਾਂ ਅੱਜ ਦੀ ਵੀਡੀਓ ਆਪਾਂ ਹੁਣ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੌਰੀਆ ਸਾਮਰਾਜ ਅਧੀਨ ਪੰਜਾਬ ਦੇ ਰਿਲੇਟਿਡ ਇੰਪੋਰਟੈਂਟ ਕੁਐਸਚਨਸ ਦੇਖਾਂਗੇ। ਪਹਿਲਾ ਸਵਾਲ ਹੈ ਜੀ, ਕਿਸ ਨੇ ਨਵਯੁਵਕ ਚੰਦਰਗੁਪਤ ਮੌਰੀਆ ਨੂੰ ਪੰਜਾਬ ਨੂੰ ਵਿਦੇਸ਼ੀ ਰਾਜ ਦੇ ਸੰਗਲਾਂ ਵਿੱਚੋਂ ਆਜ਼ਾਦ ਕਰਾਉਣ ਲਈ ਪ੍ਰੇਰਿਤ ਕੀਤਾ? ਚੰਦਰਗੁਪਤ ਦੇ ਗੁਰੂ ਚਾਣਕਿਆ, ਜਿਸ ਦੇ ਇੱਕ ਹੋਰ ਨਾਂ ਸੀ ਕੌਟਲਿਆ, ਜੋ ਕਿ ਭਾਰਤ ਦੇ ਪ੍ਰਸਿੱਧ ਕੂਟਨੀਤਿਕ ਨੇ। ਠੀਕ ਹੈ ਜੀ, ਚੰਦਰਗੁਪਤ ਦੇ ਗੁਰੂ ਚਾਣਕਿਆ ਜਾਂ ਕੌਟਲਿਆ, ਜੋ ਕਿ ਭਾਰਤ ਦੇ ਪ੍ਰਸਿੱਧ ਕੂਟਨੀਤਿਕ ਆ, ਉਹਨਾਂ ਨੇ ਨਵਯੁਵਕ ਚੰਦਰਗੁਪਤ ਮੌਰੀਆ ਨੂੰ ਪੰਜਾਬ ਨੂੰ ਵਿਦੇਸ਼ੀ ਰਾਜ ਦੇ ਸੰਗਲਾਂ ਵਿੱਚ ਆਜ਼ਾਦ ਕਰਾਉਣ ਲਈ ਪ੍ਰੇਰਿਤ ਕੀਤਾ ਸੀ। ਅਗਲਾ ਸਵਾਲ ਦੇਖੀਏ, ਚੰਦਰਗੁਪਤ ਨੇ ਆਪਣੇ ਗੁਰੂ ਚਾਣਕਿਆ ਦੀ ਅਗਵਾਈ ਹੇਠ ਕਿਹੜੇ ਰਾਜੇ ਨੂੰ ਗੱਦੀ ਤੋਂ ਲਾ ਦਿੱਤਾ ਅਤੇ ਪਾਟਲੀਪੁੱਤਰ 'ਤੇ ਆਪਣਾ ਕਬਜ਼ਾ ਕਰ ਲਿਆ? ਮਗਧ ਦੇ ਆਖਰੀ ਨੰਦ ਰਾਜੇ ਧਨਾਨੰਦ ਨੂੰ। ਸਵਾਲ ਐਵੇਂ ਬਣ ਸਕਦਾ ਕਿ ਮਗਧ ਦੇ ਆਖਰੀ ਨੰਦ ਰਾਜੇ ਦਾ ਕੀ ਨਾਂ ਸੀ? ਧਨਾਨੰਦ ਸੀ। ਠੀਕ ਹੈ ਜੀ, ਪਰ ਸਵਾਲ ਆਪਾਂ ਹੁਣ ਇਹ ਜੀ, ਚੰਦਰਗੁਪਤ ਨੇ ਆਪਣੇ ਗੁਰੂ ਚਾਣਕਿਆ ਦੀ ਅਗਵਾਈ ਹੇਠ ਮਗਧ ਦੇ ਆਖਰੀ ਨੰਦ ਰਾਜੇ ਧਨਾਨੰਦ ਨੂੰ ਗੱਦੀ ਤੋਂ ਲਾ ਦਿੱਤਾ ਅਤੇ ਪਾਟਲੀਪੁੱਤਰ 'ਤੇ ਆਪਣਾ ਕਬਜ਼ਾ ਕਰ ਲਿਆ। ਅਗਲਾ ਸਵਾਲ, ਮੌਰੀਅਨ ਕਾਲ ਦੌਰਾਨ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਮੌਰੀਅਨ ਕਾਲ ਦੌਰਾਨ ਪੰਜਾਬ ਦੀ ਰਾਜਧਾਨੀ ਤਕਸ਼ੀਲਾ, ਜੋ ਕਿ ਹੁਣ ਪਾਕਿਸਤਾਨ ਵਿੱਚ ਸੀ। ਅਗਲਾ ਸਵਾਲ, ਚੰਦਰਗੁਪਤ ਦੇ ਪੁੱਤਰ ਦਾ ਕੀ ਨਾਂ ਸੀ? ਬਿੰਦੂਸਾਰ ਸੀ। ਚੰਦਰਗੁਪਤ ਦੇ ਪੁੱਤਰ ਦਾ ਨਾਮ ਬਿੰਦੂਸਾਰ ਸੀ, ਜੋ ਕਿ ਚੰਦਰਗੁਪਤ ਦੀ ਮੌਤ ਤੋਂ ਬਾਅਦ ਸਿੰਘਾਸਨ 'ਤੇ ਬੈਠਾ। ਇਹਨਾਂ ਦੇ ਆਪਾਂ ਕ੍ਰਮ ਯਾਦ ਰੱਖਣੇ ਨੇ, ਪਹਿਲਾ ਚੰਦਰਗੁਪਤ ਮੌਰੀਆ, ਉਸ ਤੋਂ ਬਾਅਦ ਬਿੰਦੂਸਾਰ। ਬਿੰਦੂਸਾਰ ਦੇ ਰਾਜਪਾਲ ਦੌਰਾਨ ਕਿਸ ਨੂੰ ਗੰਧਾਰ ਸੂਬੇ ਦਾ ਗਵਰਨਰ ਨਿਯੁਕਤ ਕੀਤਾ? ਅਸ਼ੋਕ ਨੂੰ। ਠੀਕ ਹੈ ਜੀ, ਬਿੰਦੂਸਾਰ ਮਗਰੋਂ ਕਿਹੜਾ ਰਾਜਾ ਤਾਕਤ ਵਿੱਚ ਆਇਆ? ਰਾਜਾ ਅਸ਼ੋਕ। ਪਹਿਲਾ ਚੰਦਰਗੁਪਤ ਮੌਰੀਆ, ਫਿਰ ਬਿੰਦੂਸਾਰ, ਫਿਰ ਰਾਜਾ ਅਸ਼ੋਕ। ਕਿਸ ਨੇ ਆਪਣਾ ਰਾਜਪਾਟ ਦੱਖਣੀ ਭਾਰਤ ਵਿੱਚ ਅਫਗਾਨਿਸਤਾਨ ਤੋਂ ਮੈਸੂਰ ਤੱਕ ਵਧਾ ਲਿਆ ਸੀ? ਰਾਜਾ ਅਸ਼ੋਕ ਨੇ ਹੀ। ਠੀਕ ਹੈ ਜੀ, ਅਗਲਾ ਸਵਾਲ, ਕਦੋਂ ਅਤੇ ਕਿਹੜੀ ਲੜਾਈ ਤੋਂ ਬਾਅਦ ਅਸ਼ੋਕ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ ਅਤੇ ਆਪਣੀ ਪ੍ਰਜਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਸ਼ੁਰੂ ਕਰ ਦਿੱਤੀ? 261 BC ਵਿੱਚ ਕਲਿੰਗਾ ਦੀ ਲੜਾਈ ਤੋਂ ਬਾਅਦ। ਠੀਕ ਹੈ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ ਇਹ। 261 BC ਵਿੱਚ ਕਲਿੰਗਾ ਦੀ ਲੜਾਈ ਤੋਂ ਬਾਅਦ ਰਾਜਾ ਅਸ਼ੋਕ ਕਿਹੜੇ ਧਰਮ ਦਾ ਪੈਰੋਕਾਰ ਬਣ ਗਿਆ? ਬੁੱਧ ਧਰਮ ਦਾ। ਸਵਾਲ ਇਹ ਵੀ ਬਣ ਸਕਦਾ ਸੀ। ਠੀਕ ਹੈ ਜੀ, ਇਹ ਵੀ ਯਾਦ ਰੱਖਣਾ। ਭਰੀਕੋਸ਼ ਤਾਕਤ ਦੀ ਅਜ਼ਮਾਇਸ਼ ਦੀ ਥਾਂ ਧਰਮਘੋਸ਼ ਭਗਤੀ ਭਾਵ ਨੂੰ ਪਹਿਲ ਦਿੱਤੀ ਗਈ ਰਾਜਾ ਅਸ਼ੋਕ ਦੇ ਦੁਆਰਾ। ਠੀਕ ਹੈ ਜੀ, ਅਸ਼ੋਕ ਦੀ ਮੌਤ ਕਦੋਂ ਹੋਈ ਸੀ? 232 BC ਵਿੱਚ। ਮੌਰੀਆ ਸਾਮਰਾਜ ਦਾ ਆਖਰੀ ਰਾਜਾ ਕੌਣ ਸੀ? ਇਹ ਵੀ ਇੰਪੋਰਟੈਂਟ ਸਵਾਲ ਹੈ ਜੀ। ਰਾਜਾ ਬ੍ਰਿਹਦਰਥ ਸੀ। ਮੌਰੀਆ ਸਾਮਰਾਜ ਦਾ ਆਖਰੀ ਰਾਜਾ ਰਾਜਾ ਬ੍ਰਿਹਦਰਥ। ਰਾਜਾ ਬ੍ਰਿਹਦਰਥ ਦੇ ਸੈਨਾਪਤੀ ਦਾ ਕੀ ਨਾਂ ਸੀ, ਜਿਸ ਨੇ ਰਾਜਨੀਤਿਕ ਤਾਕਤ ਆਪਣੇ ਹੱਥ ਵਿੱਚ ਲੈ ਲਈ ਸੀ? ਪੁਸ਼ਯਮਿੱਤਰ ਸ਼ੁੰਗ ਨੇ। ਰਾਜਾ ਬ੍ਰਿਹਦਰਥ ਦੇ ਸੈਨਾਪਤੀ ਦਾ ਨਾਂ ਸੀ ਪੁਸ਼ਯਮਿੱਤਰ ਸ਼ੁੰਗ। ਇਸ ਨੇ ਹੀ ਅੱਗੇ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ ਸੀ। ਅੱਗੇ ਦੇਖਦੇ ਹੁਣ ਆਪਾਂ ਸ਼ੁੰਗ, ਯੂਨਾਨੀ, ਸ਼ਕ, ਪਾਰਥਨ ਅਤੇ ਕੁਸ਼ਾਣ ਵੰਸ਼ ਦੇ ਅਧੀਨ ਪੰਜਾਬ। ਸਭ ਤੋਂ ਪਹਿਲਾ ਸਵਾਲ ਇਹਦਾ, ਮੱਧ ਅਤੇ ਪੂਰਬੀ ਭਾਰਤ ਵਿੱਚ ਸ਼ੁੰਗ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ? ਪੁਸ਼ਯਮਿੱਤਰ ਸ਼ੁੰਗ ਨੇ ਕੀਤੀ ਸੀ। ਇੰਪੋਰਟੈਂਟ ਸਵਾਲ ਹੈ। ਉੱਤਰ ਪੱਛਮੀ ਭਾਰਤ ਵਿੱਚ ਮੌਰੀਅਨ ਵੰਸ਼ ਮਗਰੋਂ ਕੌਣ ਸਰਗਰਮ ਰਿਹਾ? ਮੱਧ ਏਸ਼ੀਆ ਤੋਂ ਕਈ ਹੋਰ ਕੁਲਾਂ, ਜਿਵੇਂ ਕਿ ਸ਼ਕ, ਯੂਨਾਨੀ, ਪਾਰਥਿਅਨ ਅਤੇ ਕੁਸ਼ਾਣ। ਇਹਨਾਂ ਦੇ ਕ੍ਰਮ ਵੀ ਆਪਾਂ ਯਾਦ ਰੱਖਣੇ ਨੇ, ਪਹਿਲਾਂ ਸ਼ਕ, ਫਿਰ ਯੂਨਾਨੀ ਆਏ, ਫਿਰ ਪਾਰਥਿਅਨ ਆਏ, ਫਿਰ ਕੁਸ਼ਾਣ ਆਏ। ਠੀਕ ਹੈ ਜੀ, ਸਭ ਤੋਂ ਮਹੱਤਵਪੂਰਨ ਯੂਨਾਨੀ ਰਾਜਾ ਕੌਣ ਸੀ, ਜਿਸ ਨੇ ਪੁਸ਼ਯਮਿੱਤਰ ਸ਼ੁੰਗ ਦੇ ਰਾਜ ਵਿੱਚ ਭਾਰਤ 'ਤੇ ਕਬਜ਼ਾ ਕਰ ਲਿਆ ਸੀ? ਮਿਲਿੰਦਾ ਜਾਂ ਮਿਨੋਂਦਰ, ਦੋਨੋਂ ਇਸ ਦੇ ਇੱਕ ਦੇ ਨਾਮ ਨੇ। ਸਭ ਤੋਂ ਮਹੱਤਵਪੂਰਨ ਯੂਨਾਨੀ ਰਾਜਾ ਮਿਲਿੰਦਾ ਸੀ, ਜਿਸ ਨੇ ਪੁਸ਼ਯਮਿੱਤਰ ਸ਼ੁੰਗ ਦੇ ਰਾਜ ਵਿੱਚ ਭਾਰਤ 'ਤੇ ਕਬਜ਼ਾ ਕਰ ਲਿਆ ਸੀ। ਭਾਰਤ ਵਿੱਚ ਕਿਹੜੇ ਪਹਿਲੇ ਸ਼ਾਸਕ ਸਨ ਜਿਨ੍ਹਾਂ ਨੇ ਆਪਣੇ
ਰਾਜਿਆਂ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ ਸੀ। ਯੂਨਾਨੀ ਸ਼ਾਸਕ ਪਹਿਲੇ ਸ਼ਾਸਕ ਸਨ ਜਿਨ੍ਹਾਂ ਨੇ ਆਪਣੇ ਰਾਜਿਆਂ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ ਸੀ। ਇੰਪੋਰਟੈਂਟ ਸਵਾਲ ਹੈ। ਯੂਨਾਨੀਆਂ ਤੋਂ ਮਗਰੋਂ ਭਾਰਤ 'ਤੇ ਕਿਹਨਾਂ ਦਾ ਰਾਜ ਆਇਆ? ਸ਼ਕਾਂ ਦਾ ਰਾਜ ਆਇਆ। ਸ਼ਕ ਦਾ ਰਾਜ ਆਇਆ। ਯੂਨਾਨੀਆਂ ਤੋਂ ਬਾਅਦ ਸ਼ਕ ਆਏ। ਸ਼ਕ ਦੇ ਰਾਜ ਵਿੱਚ ਪੰਜਾਬ ਉਹਨਾਂ ਦੀਆਂ ਭਾਰਤ ਵਿੱਚ 5 ਮੁੱਖ ਤਾਕਤਾਂ ਵਿੱਚੋਂ ਇੱਕ ਸੀ, ਜਿਸ ਦੀ ਰਾਜਧਾਨੀ ਕੀ ਸੀ? ਤਕਸ਼ੀਲਾ ਸੀ। ਠੀਕ ਹੈ ਜੀ। ਸ਼ਕ ਦੇ ਰਾਜ ਵਿੱਚ ਵੀ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਤਕਸ਼ੀਲਾ। ਸ਼ਕਾਂ ਤੋਂ ਬਾਅਦ ਕੌਣ ਤਾਕਤ ਵਿੱਚ ਆਏ? ਜੋ ਕਿ ਮੂਲ ਰੂਪ ਵਿੱਚ ਈਰਾਨੀ ਦੇ ਵਾਸੀ ਸਨ, ਜੋ ਬਾਅਦ ਵਿੱਚ ਭਾਰਤ ਆ ਵਸੇ ਸੀ। ਭਾਰਥੀਅਨ। ਸ਼ਕਾਂ ਤੋਂ ਬਾਅਦ ਭਾਰਥੀਅਨ ਆਏ। ਅਗਲਾ ਸਵਾਲ, ਸਭ ਤੋਂ ਪ੍ਰਸਿੱਧ ਭਾਰਥੀਅਨ ਰਾਜਾ ਕੌਣ ਸੀ? ਰਾਜਾ ਗੋਂਡੋਫਰਨਿਸ। ਰਾਜਾ ਕੌਣ ਸੀ ਸਭ ਤੋਂ ਪ੍ਰਸਿੱਧ ਭਾਰਥੀਅਨ ਰਾਜਾ? ਰਾਜਾ ਗੋਂਡੋਫਰਨਿਸ। ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਤੋਂ ਗੋਂਡੋਫਰਨਿਸ ਦੇ ਸਮੇਂ ਦੇ ਸਿੱਕੇ ਅਤੇ ਸਾਂਚੇ ਬਰਾਮਦ ਕੀਤੇ ਗਏ ਸਨ? ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਨੇਤ ਅਤੇ ਜ਼ਿਲ੍ਹਾ ਸੰਗਰੂਰ ਦੇ ਰੋਹੀੜਾ। ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ ਜੀ ਇਹ। ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਤੋਂ? ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਨੇਤ ਅਤੇ ਜ਼ਿਲ੍ਹਾ ਸੰਗਰੂਰ ਦੇ ਰੋਹੀੜਾ ਤੋਂ ਗੋਂਡੋਫਰਨਿਸ ਦੇ ਸਮੇਂ ਦੇ ਸਿੱਕੇ ਅਤੇ ਸਾਂਚੇ ਬਰਾਮਦ ਕੀਤੇ ਗਏ। ਅਗਲਾ ਸਵਾਲ, ਪਾਰਥੀਅਨਾਂ ਮਗਰੋਂ ਉੱਤਰ ਪੱਛਮੀ ਭਾਰਤ ਵਿੱਚ ਕਿਹੜਾ ਰਾਜ ਆਇਆ? ਕੁਸ਼ਾਣ ਵੰਸ਼ ਦਾ ਰਾਜ ਆਇਆ। ਅਗਲਾ ਸਵਾਲ, ਕਿਹੜੇ ਰਾਜੇ ਭਾਰਤ ਦੇ ਪਹਿਲੇ ਰਾਜੇ ਸਨ ਜਿਨ੍ਹਾਂ ਨੇ ਵੱਡੇ ਪੱਧਰ 'ਤੇ ਸੋਨੇ ਦੇ ਸਿੱਕੇ ਜਾਰੀ ਕੀਤੇ ਸੀ? ਕੁਸ਼ਾਣ ਵੰਸ਼ ਜਾਂ ਕੁਸ਼ਾਣ ਰਾਜੇ। ਕਿਹੜੇ ਰਾਜੇ ਭਾਰਤ ਦੇ ਪਹਿਲੇ ਰਾਜੇ ਸਨ ਜਿਨ੍ਹਾਂ ਨੇ ਵੱਡੇ ਪੱਧਰ 'ਤੇ ਸੋਨੇ ਦੇ ਸਿੱਕੇ ਜਾਰੀ ਕੀਤੇ ਸੀ? ਕੁਸ਼ਾਣ ਰਾਜੇ ਸਨ। ਕੁਸ਼ਾਣ ਵੰਸ਼ ਤੋਂ ਬਾਅਦ ਕਿਹੜੇ ਵੰਸ਼ ਦੇ ਸ਼ਾਸਕਾਂ ਦਾ ਰਾਜ ਆਇਆ ਜਿਨ੍ਹਾਂ ਨੇ ਉੱਤਰੀ ਭਾਰਤ ਵਿੱਚ ਰਾਜ ਕੀਤਾ? ਗੁਪਤ ਵੰਸ਼ ਦਾ ਸ਼ਾਸਕਾਂ ਦਾ। ਗੁਪਤ ਵੰਸ਼ ਦੇ ਸ਼ਾਸਕਾਂ ਦਾ। ਕੁਸ਼ਾਣ ਵੰਸ਼ ਤੋਂ ਬਾਅਦ ਗੁਪਤ ਵੰਸ਼ ਦੇ ਸ਼ਾਸਕਾਂ ਦਾ ਰਾਜ ਆਇਆ। ਅੱਗੇ ਆਪਾਂ ਹੁਣ ਪੜਾਂਗੇ ਗੁਪਤ ਕਾਲ ਅਧੀਨ ਪੰਜਾਬ ਦੇ ਰਿਲੇਟਿਡ ਕੁਐਸਚਨਸ। ਗੁਪਤ ਵੰਸ਼ ਦੇ ਸੰਸਥਾਪਕ ਕੌਣ ਸੀ? ਸ੍ਰੀ ਗੁਪਤ। ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ ਜੀ, ਬਹੁਤ ਜ਼ਿਆਦਾ, ਕਈ ਵਾਰ ਪੁੱਛਿਆ ਗਿਆ। ਗੁਪਤ ਵੰਸ਼ ਦੇ ਸੰਸਥਾਪਕ ਕੌਣ ਸੀ? ਸ੍ਰੀ ਗੁਪਤ ਸੀ। ਸ੍ਰੀ ਗੁਪਤ। ਗੁਪਤ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਕੌਣ ਸੀ? ਚੰਦਰਗੁਪਤ ਪ੍ਰਥਮ ਜਾਂ ਚੰਦਰਗੁਪਤ ਇੱਕ। ਠੀਕ ਹੈ ਜੀ। ਚੰਦਰਗੁਪਤ ਪ੍ਰਥਮ ਜਾਂ ਚੰਦਰਗੁਪਤ ਇੱਕ ਗੁਪਤ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ। ਚੰਦਰਗੁਪਤ ਇੱਕ ਦੇ ਪੁੱਤਰ ਦਾ ਕੀ ਨਾਂ ਸੀ? ਸਮੁਦਰਗੁਪਤ, ਜੋ ਕਿ ਅਗਲਾ ਸ਼ਾਸਕ ਬਣਿਆ ਸੀ ਚੰਦਰਗੁਪਤ ਤੋਂ ਬਾਅਦ। ਇਸ ਦਾ ਵੀ ਆਪਾਂ ਕ੍ਰਮ ਯਾਦ ਰੱਖਣਾ। ਸਭ ਤੋਂ ਪਹਿਲਾਂ ਸ੍ਰੀਗੁਪਤ, ਫਿਰ ਚੰਦਰਗੁਪਤ ਪ੍ਰਥਮ, ਫਿਰ ਸਮੁਦਰਗੁਪਤ। ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਕਿਸ ਨੇ ਜਾਰੀ ਕੀਤੇ ਸੀ? ਸਮੁਦਰਗੁਪਤ ਨੇ ਹੀ ਜਾਰੀ ਕੀਤੇ ਸੀ। ਇੰਪੋਰਟੈਂਟ ਸਵਾਲ ਹੈ। ਗੁਪਤ ਵੰਸ਼ ਦਾ ਆਖਰੀ ਰਾਜਾ ਕੌਣ ਸੀ? ਭਾਨੂਗੁਪਤ। ਇਹ ਵੀ ਆਪਾਂ ਯਾਦ ਰੱਖਣਾ ਹੈ। ਅਗਲਾ ਸਵਾਲ ਦੇਖੀਏ ਜੀ, ਵਰਧਾਨ ਕਾਲ ਅਧੀਨ ਪੰਜਾਬ ਦੇ ਰਿਲੇਟਿਡ ਕੁਐਸਚਨਸ। ਵਰਧਾਨ ਕਾਲ ਦੀ ਸਥਾਪਨਾ 6ਵੀਂ ਸਦੀ ਦੇ ਆਰੰਭ ਵਿੱਚ ਕਿਸ ਨੇ ਅਤੇ ਕਿੱਥੇ ਕੀਤੀ? ਵਰਧਾਨ ਕਾਲ ਦੀ ਸਥਾਪਨਾ 6ਵੀਂ ਸਦੀ ਦੇ ਆਰੰਭ ਵਿੱਚ ਪੁਸ਼ਯ ਭੂਤੀ ਨੇ ਥਾਨੇਸ਼ਵਰ, ਜੋ ਕੁਰੂਕਸ਼ੇਤਰ ਹਰਿਆਣਾ ਵਿੱਚ ਹੈ, ਵਿਖੇ ਕੀਤੀ। ਵਰਧਾਨ ਕਾਲ ਦੀ ਸਥਾਪਨਾ 6ਵੀਂ ਸਦੀ ਦੇ ਆਰੰਭ ਵਿੱਚ ਪੁਸ਼ਯ ਭੂਤੀ ਨੇ ਥਾਨੇਸ਼ਵਰ ਵਿੱਚ ਕੀਤੀ ਸੀ। ਵਰਧਾਨ ਕਾਲ ਦਾ ਸਭ ਤੋਂ ਮਹੱਤਵਪੂਰਨ ਰਾਜਾ ਕੌਣ ਸੀ ਜੋ 606 AD ਵਿੱਚ ਸਿੰਘਾਸਨ 'ਤੇ ਬੈਠਾ ਸੀ? ਰਾਜਾ ਹਰਸ਼ਵਰਧਨ। ਇਹ ਵੀ ਇੰਪੋਰਟੈਂਟ ਸਵਾਲ ਹੈ ਜੀ। ਵਰਧਾਨ ਕਾਲ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ ਰਾਜਾ ਹਰਸ਼ਵਰਧਨ। 606 AD ਵਿੱਚ ਹਰਸ਼ ਕਾਲ ਦਾ ਆਰੰਭ ਵੀ ਰਾਜਾ ਹਰਸ਼ਵਰਧਨ ਨੇ ਹੀ ਕੀਤਾ ਸੀ। ਤਾਂ ਸਵਾਲ ਇਹੀ ਹੈ, 606 AD ਵਿੱਚ ਹਰਸ਼ ਕਾਲ ਦਾ ਆਰੰਭ ਕਿਸ ਨੇ ਕੀਤਾ ਸੀ? ਰਾਜਾ ਹਰਸ਼ਵਰਧਨ ਨੇ। ਕਿਸ ਕਾਲ ਵਿੱਚ ਮਹਾਨ ਚੀਨੀ ਯਾਤਰੀ ਹਿਊਨ ਸਾਂਗ ਭਾਰਤ ਵਿੱਚ ਆਇਆ ਸੀ? ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਹੀ। ਇਹ ਵੀ ਸਵਾਲ ਇੰਪੋਰਟੈਂਟ ਹੈ, ਕਈ ਵਾਰ ਪੁੱਛਿਆ ਗਿਆ। ਚੀਨੀ ਯਾਤਰੀ ਹਿਊਨ ਸਾਂਗ ਨੇ ਕਿਹੜੇ ਪੁਰਾਤਨ ਸ਼ਹਿਰ ਦੀ ਆਪਣੀਆਂ ਲਿਖਤਾਂ ਵਿੱਚ ਬਹੁਤ ਸਿਫਤ ਕੀਤੀ ਹੈ? ਸ਼ਹਿਰ ਸਰਹੰਦ ਦੀ। ਕਿਹੜੇ ਸ਼ਹਿਰ ਦੀ? ਸ਼ਹਿਰ ਸਰਹੰਦ ਦੀ। ਪੰਜਾਬ ਵਿੱਚ ਮੁਸਲਮਾਨਾਂ ਦਾ ਆਗਮਨ, ਇਸ ਦੇ ਰਿਲੇਟਿਡ ਸਵਾਲ ਦੇਖੀਏ ਹੁਣ। ਹਿੰਦੂ ਸ਼ਾਹੀ ਸੱਤਾ ਦੇ ਕਿਹੜੇ ਰਾਜਾ ਨੇ ਆਪਣੀ ਸਲਤਨਤ ਨੂੰ ਸਰਹੰਦ ਤੋਂ ਲੰਪਾਕਾ, ਹੁਣ ਲਮਯਾਨ ਜਿਹਨੂੰ ਕਹਿੰਦੇ ਆ, ਤੱਕ ਫੈਲਾਇਆ ਹੋਇਆ ਸੀ ਅਤੇ ਬਠਿੰਡਾ ਉਸ ਦੀ ਰਾਜਧਾਨੀ ਸੀ? ਰਾਜਾ ਜੈਪਾਲ। ਹਿੰਦੂ ਸ਼ਾਹੀ ਸੱਤਾ ਦੇ ਰਾਜਾ ਜੈਪਾਲ ਨੇ ਆਪਣੀ ਸਲਤਨਤ ਨੂੰ ਕਿੱਥੋਂ ਤੋਂ ਕਿੱਥੋਂ ਤੱਕ ਫੈਲਾਇਆ ਹੋਇਆ ਸੀ? ਇਹ ਵੀ ਸਵਾਲ ਬਣ ਸਕਦਾ। ਤਾਂ ਸਰਹੰਦ ਤੋਂ ਲੰਪਾਕਾ ਤੱਕ ਫੈਲਾਇਆ ਹੋਇਆ ਸੀ। ਉਹਨਾਂ ਦੀ ਰਾਜਧਾਨੀ ਕਿਹੜੀ ਸੀ? ਉਹਨਾਂ ਦੀ ਰਾਜਧਾਨੀ ਸੀ ਬਠਿੰਡਾ ਸੀ। ਠੀਕ ਹੈ ਜੀ। ਅਗਲਾ ਸਵਾਲ, ਬਾਅਦ ਵਿੱਚ ਰਾਜਾ ਜੈਪਾਲ ਨੇ ਆਪਣੀ ਰਾਜਧਾਨੀ ਬਠਿੰਡਾ ਤੋਂ ਬਦਲ ਕੇ ਕਿਹੜੀ ਰੱਖ ਲਈ? ਸਰਹੰਦ।
ਅਗਲਾ ਸਵਾਲ, ਰਾਜਾ ਜੈਪਾਲ ਨੇ ਪੰਜਾਬ ਦੇ ਵਿਸ਼ਾਲ ਖੇਤਰ 'ਤੇ ਰਾਜ ਕੀਤਾ, ਪਰ ਕਿਸ ਦੇ ਭਿਆਨਕ ਹਮਲਿਆਂ ਦੇ ਵਿਰੋਧ ਵਿੱਚ ਡਟੇ ਨਾ ਰਹਿ ਸਕੇ? ਮੁਹੰਮਦ ਗਜਨੀ ਦੇ। ਅਗਲਾ ਸਵਾਲ, ਮੁਹੰਮਦ ਗਜਨੀ ਨੇ ਭਾਰਤ 'ਤੇ ਕਿੰਨੀ ਵਾਰ ਹਮਲਾ ਕੀਤਾ ਸੀ? 17 ਵਾਰ। ਇੰਪੋਰਟੈਂਟ ਸਵਾਲ ਹੈ, ਕਈ ਵਾਰ ਪੁੱਛਿਆ ਗਿਆ ਇਹ। ਚੌਹਾਨ ਵੰਸ਼ ਦਾ ਆਖਰੀ ਨਾਮਵਰ ਰਾਜਾ ਕੌਣ ਸੀ? ਪ੍ਰਿਥਵੀ ਰਾਜ ਚੌਹਾਨ। ਇਹ ਵੀ ਇੰਪੋਰਟੈਂਟ ਸਵਾਲ ਹੈ। ਚੌਹਾਨ ਵੰਸ਼ ਦਾ ਆਖਰੀ ਨਾਮਵਰ ਰਾਜਾ ਕੌਣ ਸੀ? ਪ੍ਰਿਥਵੀ ਰਾਜ ਚੌਹਾਨ। ਕਿਸ ਨੇ ਪ੍ਰਿਥਵੀ ਰਾਜ ਚੌਹਾਨ ਨੂੰ 1192 ਏਡੀ ਵਿੱਚ ਹੋਈ ਪ੍ਰਸਿੱਧ ਤਰਾਇਣ ਦੀ ਲੜਾਈ ਵਿੱਚ ਹਰਾ ਦਿੱਤਾ ਅਤੇ ਦਿੱਲੀ ਤੱਕ ਸਰਹੰਦ ਸਮੇਤ ਸਾਰਾ ਖੇਤਰ ਤੁਰਕਾਂ ਦੇ ਅਧਿਕਾਰ ਵਿੱਚ ਆ ਗਿਆ? ਸ਼ਿਹਾਬੁਦੀਨ ਮੁਹੰਮਦ ਗੋਰੀ ਨੇ। ਠੀਕ ਹੈ ਜੀ, ਸ਼ਿਹਾਬੁਦੀਨ ਮੁਹੰਮਦ ਗੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ 1192 ਏਡੀ ਵਿੱਚ। ਸਵਾਲ ਦੇਖੋ ਕੀ ਬਣ ਸਕਦੇ ਨੇ। ਕਿਸ ਨੇ ਪ੍ਰਿਥਵੀ ਰਾਜ ਨੂੰ 1192 ਏਡੀ ਵਿੱਚ ਤਰਾਇਣ ਦੀ ਲੜਾਈ ਵਿੱਚ ਹਰਾਇਆ ਸੀ? ਸ਼ਿਹਾਬੁਦੀਨ ਮੁਹੰਮਦ ਗੋਰੀ ਨੇ। ਸਵਾਲ ਇਹ ਵੀ ਬਣ ਸਕਦਾ ਹੈ ਕਿ ਸ਼ਿਹਾਬੁਦੀਨ ਮੁਹੰਮਦ ਗੋਰੀ ਨੇ 1192 ਏਡੀ ਵਿੱਚ ਤਰਾਇਣ ਦੀ ਲੜਾਈ ਨੂੰ ਕਿਸ ਨੂੰ ਹਰਾਇਆ ਸੀ? ਪ੍ਰਿਥਵੀ ਰਾਜ ਚੌਹਾਨ ਨੂੰ। ਸਵਾਲ ਇਹ ਵੀ ਬਣ ਸਕਦਾ ਜੀ ਤਰਾਇਣ ਦੀ ਲੜਾਈ ਕਦੋਂ ਹੋਈ ਸੀ? 1192 ਏਡੀ ਵਿੱਚ। ਠੀਕ ਹੈ ਜੀ। ਸਵਾਲ ਇਹ ਵੀ ਬਣ ਸਕਦਾ ਕਿ ਸ਼ਿਹਾਬੁਦੀਨ ਮੁਹੰਮਦ ਗੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ 1192 ਏਡੀ ਵਿੱਚ ਕਿਹੜੀ ਪ੍ਰਸਿੱਧ ਲੜਾਈ ਵਿੱਚ ਹਰਾਇਆ ਸੀ? ਤਰਾਇਣ ਦੀ ਲੜਾਈ ਵਿੱਚ। ਠੀਕ ਹੈ ਜੀ। ਅਤੇ ਇਹ ਸੀ ਅੱਜ ਦੀ ਆਪਣੀ ਵੀਡੀਓ। ਆਈ ਹੋਪ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਕੋਈ ਵੀ ਡਾਊਟ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ। ਧੰਨਵਾਦ।